ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਖੇਲ ਸਮਝਾ ਰਹੀ, ਸਾਰਾ ਜਿਹੜਾ ਖੇਲ ਇੱਧਰ ਜਦੋਂ ਅਸੀਂ ਆ ਕੇ ਪਾਉਣ ਦੇ ਵਿੱਚ ਮਿਲਦੇ ਆ, ਸਾਡਾ ਮਨ ਇੱਧਰ ਵਿਚਾਰਾਂ ਦਾ ਖੇਲ ਚੱਲਦਾ ਤ੍ਰੈ ਗੁਣਾਂ। ਜੇ ਅਸੀਂ ਹੁਣ ਇਹ ਤ੍ਰੈ ਗੁਣਾਂ ਦੇ ਖੇਲ ਨੂੰ ਸਮਝ ਜਾਈਏ, ਫਿਰ ਸਾਨੂੰ ਇੱਥੋਂ ਨਿਕਲਣਾ ਸੌਖਾ ਹੋ ਜਾਂਦਾ। ਜੇ ਅਸੀਂ ਇਹ ਖੇਲ ਨੂੰ ਸਮਝ ਲਈਏ ਤਾਂ। ਜੇ ਅਸੀਂ ਇਹ ਖੇਲ ਨੂੰ ਨਹੀਂ ਸਮਝਦੇ, ਫਿਰ ਅਸੀਂ ਇੱਧਰ ਵਿਚਾਰਾਂ ਦੇ ਵਿੱਚ ਬੰਧਨਾਂ 'ਚ ਵੱਧ ਜਾਂਦੇ। ਵਿਚਾਰਾਂ ਦਾ ਅਸੀਂ ਇੱਕ ਦੂਸਰੇ ਨਾਲ ਟਕਰਾਅ ਕਰ ਲੈਂਦੇ। ਜਦੋਂ ਅਸੀਂ ਇੱਕ ਦੂਸਰੇ ਨਾਲ ਵਿਚਾਰਾਂ ਦਾ ਟਕਰਾਅ ਕਰਦੇ, ਸਾਡੇ ਮਨ 'ਚ ਕਲੇਸ਼, ਸਾਡੇ ਤਨ 'ਚ ਕਲੇਸ਼, ਫਿਰ ਪਰਿਵਾਰ 'ਚ ਕਲੇਸ਼, ਫਿਰ ਅੱਗੇ ਸਮਾਜ ਦੇ ਵਿੱਚ ਕਲੇਸ਼, ਮੇਰੇ ਅੱਗੇ ਦੀ ਅੱਗੇ ਕਲੇਸ਼ ਵੱਧਦਾ ਹੀ ਜਾਂਦਾ। ਹੁਣ ਆਪਾਂ ਨੂੰ ਫਿਰ ਇਸ ਲਈ ਇਹ ਵਾਰ-ਵਾਰ ਗੁਰਬਾਣੀ ਗੁਰੂ ਵਿੱਚ ਖੇਲ ਸਮਝਾਇਆ ਗਿਆ ਇਹਨਾਂ ਤਿੰਨਾਂ ਗੁਣਾਂ ਤੋਂ, ਜਿੱਥੇ ਹੁਣ ਆ ਕੇ ਸਾਡਾ ਮਨ ਖੇਲਦਾ। ਇਹਦੇ ਵਿੱਚ ਤ੍ਰੈ ਗੁਣਾਂ ਦੇ ਭਰਮ ਹੈ। ਅਸੀਂ ਭਰਮ ਦੇ ਵਿੱਚ ਪੈ ਜਾਂਦੇ ਇੱਥੇ ਆ ਕੇ। ਇਹ ਮਾਇਆ ਸਾਨੂੰ ਭੁਲਾਉਂਦੀ, ਮਾਰੇ ਫਰਮਾਉਂਦੇ ਤ੍ਰੈ ਗੁਣ ਭਰਮ ਭੁਲਾਈ। ਬਈ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਭਰਮ ਹੈ। ਭਰਮ ਕੀ ਹੈ? ਵਿਚਾਰ ਫੁਰਨੇ।
ਇਹ ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ ਸਾਡਾ ਮਨ ਇੱਥੇ ਆ ਕੇ ਸੌਂ ਜਾਂਦਾ। ਹੁਣ ਇਹਦੇ ਵਿੱਚ ਸੁੱਤਾ ਹੋਇਆ ਮਨ ਭਰਮ ਦੇ ਵਿੱਚ, ਭੁਲੇਖੇ ਦੇ ਵਿੱਚ, ਫਿਰ ਅਸੀਂ ਇਹ ਦੁਵਿਧਾ ਦੇ ਵਿੱਚ ਪੈਂਦੇ ਹਾਂ ਅਤੇ ਫਿਰ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰਦੇ। ਇਸ ਲਈ ਮਹਾਰਾਜ ਫਿਰ ਸਾਨੂੰ ਸਮਝਾਉਂਦੇ, ਇਹੀ ਗੁਣੀ ਸੰਸਾਰ ਭਰਮ ਸੁਤ, ਸੁਤਿਆਂ ਰਹਿਣ ਵਿਹਾਣੀ। ਬਈ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ, ਭਰਮ ਦੇ ਵਿੱਚ ਹੀ ਸਾਡੇ ਜਿਹੜੇ ਮਨ ਨੇ ਇਹ ਸੁੱਤੇ ਪਏ। ਸੁੱਤੇ ਹੋਣ ਕਰਕੇ ਹੀ ਇਹ ਕਿਵੇਂ ਖੇਲ ਚੱਲਦਾ ਸਾਨੂੰ ਸਮਝ ਨਹੀਂ ਲੱਗਦੀ, ਸਾਨੂੰ ਭੇਤ ਨਹੀਂ ਆਉਂਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਸੁੱਤੇ ਕਿਵੇਂ ਆ, ਭਰਮ ਦੇ ਵਿੱਚ, ਵਿਚਾਰਾਂ 'ਚ, ਇਹਨਾਂ ਤਿੰਨਾਂ ਗੁਣਾਂ ਦੇ ਵਿੱਚ। ਹੁਣ ਜਾਗੀਏ ਕਿਵੇਂ? ਜਾਗਣ ਵਾਸਤੇ ਫਿਰ ਇਹ ਆਪਾਂ ਨੂੰ ਸਿਮਰਨ ਦੱਸਦੇ। ਇੱਕਦਮ ਮਨ ਨੂੰ ਜਗਾਉਣ ਵਾਸਤੇ ਸਿਮਰਨ ਹੈ, ਨਾਲ ਨਾਲ ਫਿਰ ਗਿਆਨ ਦੀ ਮੱਤ ਹੈ, ਗੁਰੂ ਦੀ ਮੱਤ। ਗੁਰੂ ਦੀ ਮੱਤ ਲੈ ਕੇ, ਗੁਰੂ ਦੀ ਮੱਤ ਮਨ ਨੂੰ ਦਿੰਦੇ ਹੋਏ ਅਸੀਂ ਇਹਨੂੰ ਘਰ ਦੇ ਵਿੱਚ ਲਿਜਾ ਸਕਦੇ, ਸਹਿਜ ਦੇ ਵਿੱਚ। ਮਹਾਰਾਜ ਇਸ ਲਈ ਫਰਮਾਉਂਦੇ, ਮਨੂਆ ਕਿਉਂ ਘਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਬਈ ਗੁਰੂ ਦੀ ਮੱਤ ਲੈ ਕੇ, ਗਿਆਨ ਦੀ ਮੱਤ ਦੇ ਕੇ ਮਨ ਨੂੰ ਅਸੀਂ ਘਰ ਲਿਜਾ ਸਕਦੇ। ਹੁਣ ਇਹ ਗਿਆਨ ਦੀ ਮੱਤ, ਗੁਰੂ ਦੀ ਮੱਤ ਸਾਨੂੰ ਫੇਰ ਆਉਂਦੀ ਜਦੋਂ ਅਸੀਂ ਸਿਮਰਨ ਅਭਿਆਸ ਕਰਦੇ। ਸਿਮਰਨ ਅਭਿਆਸ ਕਰਕੇ ਹੀ ਸਾਡਾ ਮਨ ਇਹ ਤਿਆਰ ਹੁੰਦਾ ਗੁਰੂ ਦੀ ਮੱਤ ਲੈਣ ਵਾਸਤੇ। ਨਹੀਂ ਤਾਂ ਜੇ ਅਸੀਂ ਸਿਮਰਨ ਨਹੀਂ ਕਰਾਂਗੇ, ਇਹ ਆਪਣੀ ਮੱਤ ਛੱਡੇਗਾ ਨਹੀਂ, ਅਤੇ ਸਾਡੀ ਆਪਣੀ ਮੱਤ ਹੀ ਸਾਨੂੰ ਦੁੱਖਾਂ 'ਚ ਰੱਖਦੀ, ਸਾਨੂੰ ਭਰਮ ਦੇ ਵਿੱਚ ਰੱਖਦੀ। ਸੋ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਆਪਦੀ ਸਿਆਣਪ ਨੂੰ ਛੱਡ ਕੇ ਜੇ ਹੁਣ ਅਸੀਂ ਇਹ ਸਿਮਰਨ ਕਰੀਏ, ਇਹ ਸਾਡੇ ਜਿਹੜੇ ਦੁੱਖ ਭਰਮ ਨੇ ਇਹ ਸਾਰੇ ਖਤਮ ਹੋ ਜਾਣ। ਮਹਾਰਾਜ ਇਸ ਲਈ ਫਰਮਾਉਂਦੇ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਬਈ ਸਾਡੇ ਦੁੱਖ ਭਰਮ ਸਾਰੇ ਖਤਮ ਹੋ ਜਾਣ ਜੇ ਅਸੀਂ ਗੁਰੂ ਦੀ ਮੱਤ ਲੈ ਲਈ, ਜੇ ਅਸੀਂ ਸਿਮਰਨ ਕਰੀਏ। ਹੁਣ ਆਪਣੀ ਮੱਤ ਹੀ ਜਿਹੜੀ ਛੱਡਣੀ ਹੈ ਇਹ ਬੜੀ ਔਖੀ ਹੈ, ਬੜੀ ਕਠਿਨ। ਸਤਿਗੁਰੂ ਕਹਿੰਦੇ, ਮਨ ਕੀ ਮੱਤ ਤਿਆਗੋ ਹਰ ਜਨ, ਇਹਾਂ ਬਾਤ ਕਠੈਨੀ। ਬਈ ਇਹ ਆਪਦੀ ਮੱਤ ਹੀ ਛੱਡਣੀ ਇਹ ਬੜੀ ਕਠਿਨ ਹੈ, ਬੜੀ ਔਖੀ ਹੈ, ਕਿਉਂਕਿ ਸ਼ੁਰੂ ਤੋਂ ਹੀ ਅਸੀਂ ਆਪਦੀ ਮੱਤ ਦੁਆਰਾ ਚੱਲਦੇ ਆ ਰਹੇ। ਇਹਨੂੰ ਅਸੀਂ ਬਹੁਤ ਜ਼ਿਆਦਾ ਦ੍ਰਿੜ ਕਰ ਲਏ ਆਪਦੀ ਸਿਆਣਪ ਨੂੰ। ਹੁਣ ਸਾਡੀ ਸਿਆਣਪ ਹੀ ਸਾਡੇ ਲਈ ਦੁੱਖ ਦਾ ਕਾਰਨ ਬਣੀ ਹੋਈ ਹੈ। ਸਤਿਗੁਰੂ ਕਹਿੰਦੇ ਵੀ ਇਹਨੂੰ ਛੱਡ ਦਿਓ, ਅਤੇ ਛੱਡੀ ਨਹੀਂ ਜਾਂਦੀ, ਔਖੀ ਹੈ। ਮਹਾਰਾਜ ਵੀ ਕਹਿੰਦੇ ਕਠਿਨ ਨੇ। ਹੁਣ ਛੱਡੀ ਕਿਵੇਂ ਜਾਵੇ, ਉਹਦੇ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਦੇ ਵੀ ਤਾਂ ਕਿ ਸਾਡੀ ਆਪਦੀ ਮੱਤ ਖਤਮ ਹੋ ਜੇ ਅਤੇ ਸਾਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆ ਜੇ। ਮਹਾਰਾਜ ਇਸ ਲਈ ਫਰਮਾਉਂਦੇ, ਆਨ ਦਿਨ ਹਰ ਹਰ ਨਾਮ ਤੇ ਆਵੋ, ਗੁਰ ਸਤਿਗੁਰ ਕੀ ਮੱਤ ਲੈਣੀ। ਬਈ ਜੇ ਹੁਣ ਅਸੀਂ ਚਾਹੁੰਦੇ ਹਾਂ ਸਤਿਗੁਰ ਦੀ ਮੱਤ ਲੈਣੀ, ਅਤੇ ਸਾਨੂੰ ਆਨ ਦਿਨ ਸਿਮਰਨ ਕਰਨਾ ਪਏਗਾ,
ਫਿਰ ਸਾਡੀ ਮੱਤ ਖਤਮ ਹੋਏਗੀ, ਸਾਨੂੰ ਸਤਿਗੁਰ ਦੀ ਮੱਤ ਆਏਗੀ। ਜਿਨ੍ਹਾਂ ਨੂੰ ਫਿਰ ਸਤਿਗੁਰ ਦੀ ਮੱਤ ਆ ਗਈ ਉਹ ਸਤਿਗੁਰ ਦੇ ਵਿੱਚ ਹੀ ਸਮਾ ਜਾਂਦੇ। ਮਹਾਰਾਜ ਫਰਮਾਉਂਦੇ, ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੀ ਸਮਨ। ਬਈ ਉਹ ਸਤਿਗੁਰ ਦੇ ਵਿੱਚ ਹੀ ਸਮਾ ਜਾਂਦੇ, ਉਹਦਾ ਹੀ ਰੂਪ ਹੋ ਜਾਂਦੇ ਜਿਨ੍ਹਾਂ ਨੂੰ ਸਤਿਗੁਰ ਦੀ ਮੱਤ ਆ ਗਈ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਬਈ ਜਦੋਂ ਅਸੀਂ ਆਪਦੀ ਮੱਤ ਵਰਤਦੇ, ਅਸੀਂ ਛੋਟਾ ਕਰਦੇ, ਇਹਦੇ ਵਿੱਚ ਫਿਰ ਜਿਹੜੀ ਵਡਿਆਈ ਉਹ ਪਰਮਾਤਮਾ ਦੇ ਨਾਮ ਦੀ, ਨਾਮ ਦਾ ਇਹਨਾਂ ਨੂੰ ਥੰਮ ਲਾਇਆ ਹੋਇਆ, ਨਾਮ ਦਾ ਆਸਰਾ, ਤਾਂ ਕਰਕੇ ਇਕੱਠੇ ਖੜੇ ਨੇ। ਮਹਾਰਾਜ ਫਰਮਾਉਂਦੇ, ਇਸ ਪ੍ਰਪੰਚ ਮੇਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗਮਾਨਾ। ਬਈ ਤੁਸੀਂ ਸਰੀਰ ਦੇ ਉੱਤੇ ਹੰਕਾਰ ਨਾ ਕਰੋ, ਗੁਮਾਨ ਨਾ ਕਰੋ। ਇਹਦੇ ਵਿੱਚ ਜਿਹੜੀ ਵਡਿਆਈ ਹੈ ਪਰਮਾਤਮਾ ਦੇ ਨਾਮ ਦੀ ਹੈ, ਜਿਹਦੇ ਆਸਰੇ ਖੜਾ ਹੈ, ਜਿਹਦੇ ਆਸਰੇ ਚੱਲਦਾ ਫਿਰਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਬਈ ਸਾਰਾ ਜਿਹੜਾ ਖੇਲ ਹੈ ਉਹ ਮਾਲਕ ਦਾ, ਪਰਮੇਸ਼ਰ ਦਾ। ਹੁਣ ਜਦੋਂ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਉਦੋਂ ਅਸੀਂ ਕਹਿੰਦੇ ਅਸੀਂ ਕਰਦੇ, ਅਸੀਂ ਜਾਂ ਦੂਸਰਿਆਂ ਨੂੰ ਦੋਸ਼ ਦਿੰਦੇ, ਜਾਂ ਅਸੀਂ ਹੰਕਾਰ ਕਰਦੇ ਹਾਂ ਵੀ ਮੈਂ ਕਰਦਾ, ਜਾਂ ਦੂਸਰਿਆਂ ਨੂੰ ਕਹਿੰਦੇ ਉਹ ਕਰਦਾ ਜੀ, ਉਹਨੇ ਮਾੜਾ ਕੀਤਾ। ਹੁਣ ਇਹ ਸਾਰਾ ਜਿਹੜਾ ਖੇਲ ਹੈ ਮਾਲਕ ਦਾ। ਬਈ ਜੀਵਾਂ ਨੂੰ ਸੰਸਾਰ ਦੇ ਵਿੱਚ ਭੇਜਣ ਵਾਲਾ, ਮਾਰਨ ਵਾਲਾ ਅਤੇ ਰੱਖਣ ਵਾਲਾ ਉਹ ਮਾਲਕ ਆਪ ਹੀ ਹੈ, ਦੂਜਾ ਹੋਰ ਕੋਈ ਨਹੀਂ, ਕਿਸੇ ਦੇ ਹੱਥ ਨਹੀਂ ਹੈ। ਮਾਰੇ ਫਰਮਾਉਂਦੇ, ਮਾਰੇ ਰਾਖੇ ਇੱਕੋ ਆਪ, ਮਾਨਕ ਕੀ ਕਿਛ ਨਾਹੀ ਹੱਥ। ਬਈ ਇਹ ਮਾਨਸ ਦੇ ਕੁਝ ਹੱਥ ਨਹੀਂ ਹੈ, ਹੱਥ ਜੋ ਹੈ ਸਾਰਾ ਕੁਛ ਉਹ ਮਾਲਕ ਦੀ ਹੈ, ਪਰਮਾਤਮਾ ਦੀ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਤੁਸੀਂ ਕਾਹਦਾ ਹੰਕਾਰ ਕਰਦੇ, ਤੁਸੀਂ ਕਾਹਦੀ ਹਉਮੈ ਕਰਦੇ। ਹੁਣ ਜਿਉਂ-ਜਿਉਂ ਅਸੀਂ ਸੰਗਤ ਕਰਦੇ ਹਾਂ, ਜਿਉਂ-ਜਿਉਂ ਅਸੀਂ ਗੁਰੂ ਦੀ ਮੱਤ ਲੈਂਦੇ ਹਾਂ, ਫਿਰ ਸਾਡਾ ਆਪਣਾ ਆਪਾ ਜਿਹੜਾ ਇਹ ਖਤਮ ਹੋਣਾ ਸ਼ੁਰੂ ਹੋ ਜਾਂਦਾ। ਬਈ ਸਾਡਾ ਜਿਹੜਾ ਮਨ ਹੈ ਇਹ ਤਾਂ ਕੁਛ ਕਰਦਾ ਹੀ ਨਹੀਂ, ਤਾਂ ਸਿਰਫ ਵਿਚਾਰ ਫੁਰਨੇ ਲੈਂਦਾ, ਅਤੇ ਵਿਚਾਰਾਂ 'ਚ ਐਵੇਂ ਭਰਮ ਦੇ ਵਿੱਚ ਪਿਆ ਹੋਏ। ਬਈ ਅਸੀਂ ਭਰਮ 'ਚ ਹੋਣ ਕਰਕੇ ਸਾਨੂੰ ਇਹ ਭੇਤ ਨਹੀਂ ਆ ਰਿਹਾ ਵੀ ਕੌਣ ਕਰਦਾ। ਜਦੋਂ ਹੁਣ ਅਸੀਂ ਮਨ ਨੂੰ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਕਰ ਲਾਂਗੇ, ਮਨ ਘਰ ਬੈਠ ਜੇਗਾ ਸਹੀ ਦੇ ਵਿੱਚ, ਫਿਰ ਅਸੀਂ ਦੇਖਦੇ ਹਾਂ ਵੀ ਕਰਨ ਵਾਲਾ ਤਾਂ ਮਾਲਕ ਹੀ ਹੈ, ਪਰਮਾਤਮਾ ਉਹੀਓ ਕਰਦਾ। ਅਤੇ ਇਹੀਓ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਮਾਲਕ ਆਪ ਹੀ ਬੋਲਦਾ, ਆਪ ਹੀ ਦੇਖਦਾ। ਜਦੋਂ ਮਨ ਘਰ ਬੈਠ ਜਾਂਦਾ, ਸੁਨ ਸਹਿਜ ਮੇ ਰਿਹਾ ਸਮਾਏ, ਮਨ ਮਧੇ ਜਾਣੇ ਜੇ ਕੋਈ, ਜੋ ਬੋਲੇ ਸੋ ਆਪੇ ਹੋਈ। ਬਈ ਜਦੋਂ ਮਨ ਘਰੇ ਬੈਠ ਗਿਆ, ਫਿਰ ਉਹ ਆਪ ਹੀ ਬੋਲਦਾ, ਆਪ ਹੀ ਦੇਖਦਾ ਅਤੇ ਆਪ ਹੀ ਕਰਦਾ। ਹੁਣ ਜਦੋਂ ਮਨ ਘਰ ਨਹੀਂ ਬਹਿੰਦਾ, ਇਹਨੂੰ ਭੇਤ ਨਹੀਂ ਆਉਂਦਾ, ਉਹਨਾਂ ਸਮੇਂ ਨੂੰ ਇਉਂ ਲੱਗਦਾ ਬਈ ਮੈਂ ਇਉਂ ਕਰਦਾ, ਮੇਰੇ ਤੋਂ ਬਿਨਾਂ ਹੋਣਾ ਨਹੀਂ। ਇਹੀਓ ਸਾਨੂੰ ਬੜਾ ਵੱਡਾ ਭਰਮ ਪਿਆ ਹੋਇਆ, ਅਤੇ ਸਤਿਗੁਰੂ ਸਾਡਾ ਇਹ ਭਰਮ ਖਤਮ ਕਰਤੇ, ਜਿਹੜੇ ਇਹ ਭਰਮ ਦੇ ਪੜਦੇ ਪਏ ਸਾਡੇ ਮਨ ਦੇ ਉੱਤੇ। ਮਹਾਰਾਜ ਇਸ ਲਈ ਫਰਮਾਉਂਦੇ, ਸਰਬ ਸੁੱਖਾਂ ਬਣੇ ਤੇਰੇ ਓਲੇ, ਭਰਮ ਕੇ ਪੜਦੇ ਸਤਿਗੁਰ ਖੋਲੇ।
ਬਈ ਸਤਿਗੁਰ ਸਾਡੇ ਭਰਮ ਚੱਕਦੇ, ਸਾਡੇ ਭਰਮ ਖਤਮ ਕਰਦੇ ਵੀ ਤੁਸੀਂ ਭਰਮ 'ਚ ਨਾ ਰਹੋ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਭਰਮ ਸਾਡਾ ਕਿੱਥੇ ਜਾ ਕੇ ਖਤਮ ਹੁੰਦਾ। ਜਦੋਂ ਹੁਣ ਅਸੀਂ ਇਹ ਸਿਮਰਨ ਅਭਿਆਸ ਕਰਦੇ ਹੋਏ, ਗੁਰੂ ਦੀ ਮੱਤ ਲੈਂਦੇ ਹੋਏ ਮਨ ਨੂੰ ਆਪਾਂ ਸੁੰਨ ਦੇ ਵਿੱਚ ਲੈ ਜਾਂਦੇ, ਆਪਾਂ ਸੁੰਨ 'ਚ ਸਮਾ ਜਾਂਦੇ। ਸੁੰਨ 'ਚ ਪਹਿਲਾਂ ਤਾਂ ਸਾਡਾ ਮਨ ਜਾ ਕੇ ਸਮਾ ਜਾਂਦਾ, ਫਿਰ ਉੱਥੇ ਜਦੋਂ ਅਸੀਂ ਸੁੰਨ ਦੇ ਵਿੱਚ ਬੈਠਦੇ ਹਾਂ, ਗਿਆਨ ਦੀ ਮੱਤ ਦੇ ਕੇ, ਗੁਰੂ ਦੀ ਮੱਤ ਦੇ ਕੇ ਇਹਨੂੰ ਬਿਠਾਉਂਦੇ। ਮਹਾਰਾਜ ਫਰਮਾਉਂਦੇ ਉਪਜੇ ਸਹਿਜ, ਗਿਆਨ ਮਤ ਜਾਗੇ, ਗੁਰ ਪ੍ਰਸਾਦੀ ਅੰਤਰ ਲਿਵ ਲਾਗੇ। ਬਈ ਜਦੋਂ ਉੱਥੇ ਫਿਰ ਮਨ ਨੂੰ ਬਿਠਾਉਂਦੇ ਗਿਆਨ ਦੀ ਮੱਤ ਦੁਆਰਾ, ਫਿਰ ਉੱਥੋਂ ਸ਼ਬਦ ਪ੍ਰਗਟ, ਨਾਦ, ਜਿਹਨੂੰ ਸ਼ਬਦ ਗੁਰੂ ਦਾ ਨਾਮ ਦਿੱਤਾ। ਮਹਾਰਾਜ ਕਹਿੰਦੇ ਸੁਨ ਸਮਾਦ ਅਨਹਤ ਨਾਦ, ਕਹਿਣ ਨਾ ਜਾਈਏ ਚਰਜ ਵਿਸਮਾਦ। ਫਿਰ ਜਦੋਂ ਆਪਾਂ ਉਹ ਸ਼ਬਦ ਨੂੰ ਸੁਣਦੇ ਹਾਂ, ਉਹ ਸ਼ਬਦ ਦੇ ਵਿੱਚੋਂ ਸਾਡੇ ਜੋ ਮਨ ਦੀ ਖੁਰਾਕ ਹੈ ਅੰਮ੍ਰਿਤ, ਉਹ ਆਪਾਂ ਨੂੰ ਅੰਮ੍ਰਿਤ ਜਲ ਆਉਂਦਾ। ਜਦੋਂ ਅੰਮ੍ਰਿਤ ਜਲ ਸਾਨੂੰ ਆਉਂਦਾ ਹੈ, ਉਦੋਂ ਫਿਰ ਆਪਣਾ ਜਿਹੜਾ ਮਨ ਦਾ ਭਰਮ ਹੈ, ਭਰਮ ਖਤਮ ਹੁੰਦਾ। ਉਦੋਂ ਫਿਰ ਆਪਾਂ ਨੂੰ ਭੇਤ ਆਉਂਦਾ ਵੀ ਸਾਡੇ ਜਿਹੜੀ ਮਨ ਦੀ ਖੁਰਾਕ ਹੈ ਅੰਮ੍ਰਿਤ ਹੈ, ਅਤੇ ਆਹ ਸ਼ਬਦ ਗੁਰੂ ਹੈ ਪਰਮਾਤਮਾ ਦੇ ਚਰਨ। ਜਦੋਂ ਅਸੀਂ ਉਹਦੇ ਚਰਨਾਂ ਦੇ ਨਾਲ ਜੁੜ ਜਾਂਦੇ, ਫਿਰ ਇਹ ਸਾਡੇ ਮਨ ਦੇ ਭਰਮ ਖਤਮ ਹੋ ਜਾਂਦੇ, ਫਿਰ ਮਨ ਦਾ ਆਪਣਾ ਆਪਾ ਖਤਮ ਹੋ ਜਾਂਦਾ। ਫਿਰ ਉਦੋਂ ਸਾਨੂੰ ਭੇਤ ਖੁੱਲ੍ਹਦਾ ਵੀ ਇਹ ਤਾਂ ਸਾਰਾ ਕੁਛ ਮਾਲਕ ਦਾ ਆਪਣਾ ਹੀ ਖੇਲ ਹੈ, ਉਹਦੀ ਹੀ ਇਹ ਖੇਲ ਰਚਨਾ ਰਚਾਈ ਹੈ। ਅਤੇ ਜਦੋਂ ਉਹਨੂੰ ਮਿਲ ਗਏ, ਸਾਡਾ ਜਿਹੜਾ ਕਾਰਜ ਸੀ ਉਹ ਪੂਰਾ ਹੋ ਗਿਆ। ਮਹਾਰਾਜ ਇਸ ਲਈ ਫਰਮਾਉਂਦੇ ਹਰ ਪ੍ਰਭ ਠਾਕਰ ਕਾਜ ਰਚਾਇਆ, ਧਨ ਹਿਰਦੇ ਨਾਮ ਬਗਾਸੀ। ਜਾਂ ਨਾਨਕ ਬੋਲੇ ਚੌਥੀ ਲਾਵੇ, ਹਰ ਪਾਇਆ ਪ੍ਰਭ ਅਵਨਾਸੀ। ਬਈ ਉਦੋਂ ਸਾਡੇ ਮਨ ਦੀ ਚੌਥੀ ਲਾ ਪੂਰੀ ਹੋ ਜਾਂਦੀ, ਜਦੋਂ ਅਸੀਂ ਘਰ ਚਲੇ ਗਏ, ਸ਼ਬਦ ਨਾਲ ਜੁੜ ਗਏ। ਸ਼ਬਦ ਉਹ ਸਾਨੂੰ ਸੱਚ ਤੱਕ ਲੈ ਜਾਂਦਾ, ਜਿੱਥੋਂ ਸ਼ਬਦ ਪ੍ਰਗਟ ਹੋ ਰਹੀ ਹੈ ਉੱਥੇ ਜਾ ਕੇ ਉਹ ਸਮਾ ਰਿਹਾ ਫਿਰ ਮਾਲਕ ਦੇ ਮੁਖ ਦੇ ਵਿੱਚ, ਪ੍ਰਕਾਸ਼ ਦੇ ਵਿੱਚ। ਅਤੇ ਉਦੋਂ ਫਿਰ ਕਹਿੰਦੇ ਵੀ ਇਹਨਾਂ ਦਾ ਜਿਹੜਾ ਮਨੋਰਥ ਸੀ ਉਹ ਪੂਰਾ ਹੋ ਗਿਆ। ਮਹਾਰਾਜ ਇਹੀਓ ਆਪਾਂ ਨੂੰ ਸਮਝਾਉਂਦੇ ਰੋਜ਼, ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪਰ ਪਾਇਆ, ਉਤਰੇ ਸਗਲ ਵਸੂਰੇ। ਵੀ ਜਿਹੜਾ ਸਾਡੇ ਜੀਵਨ ਦਾ ਮਕਸਦ ਸੀ, ਮਨੋਰਥ, ਉਹ ਪੂਰਾ ਹੋ ਗਿਆ। ਫਿਰ ਜਦੋਂ ਪੂਰਾ ਹੋ ਜਾਂਦਾ ਗੁਰਮੁਖਾਂ ਦਾ ਮਨੋਰਥ, ਫਿਰ ਉਹਨਾਂ ਦੇ ਮਨ 'ਚ ਇੰਨਾ ਚਾਅ ਪੈਦਾ ਹੁੰਦਾ, ਉਹ ਫਿਰ ਆਪਾਂ ਨੂੰ ਵੀ ਸਾਰਿਆਂ ਨੂੰ ਦੱਸਦੇ ਵੀ ਤੁਹਾਡਾ ਵੀ ਮਨੋਰਥ ਹੈ ਜੀ, ਤੁਸੀਂ ਵੀ ਪੂਰਾ ਕਰੋ। ਵੀ ਤੁਸੀਂ ਵੀ ਉਹ ਸ਼ਬਦ ਗੁਰੂ ਨੂੰ, ਨਾਮ ਨੂੰ ਸੁਣੋ, ਜਿਹਨੂੰ ਸੁਣਨ ਦੇ ਨਾਲ ਸਾਡੇ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ ਹੋ ਜਾਂਦਾ। ਗੁਰੂ ਅਮਰਦਾਸ ਜੀ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਉਹਨਾਂ ਨੇ ਅਗੰਮ ਦੇ ਵਿੱਚ ਪ੍ਰਵੇਸ਼ ਕੀਤਾ, ਫਿਰ ਉਹਨਾਂ ਨੂੰ ਉਹ ਸ਼ਬਦ ਨਾਦ ਸੁਣਿਆ, ਅਤੇ ਫਿਰ ਕਿੰਨਾ ਉਹਨਾਂ ਦੇ ਮਨ 'ਚ ਚਾਅ ਪੈਦਾ ਹੋਇਆ, ਅਤੇ ਸਾਨੂੰ ਚਾਅ 'ਚ ਦੱਸਣ ਲੱਗੇ। ਮਹਾਰਾਜ ਫਰਮਾਉਂਦੇ ਮਨ ਚਾਉ ਭਇਆ ਪ੍ਰਭ ਅਗੰਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਵੀ ਇਹ ਤਾਂ ਜਿਹੜਾ ਗ੍ਰਹਿ, ਇਹ ਤਾਂ ਹਰੀ ਦਾ ਮੰਦਰ ਬਣ ਗਿਆ, ਇਹਦੇ ਵਿੱਚ ਤਾਂ ਮਾਲਕ ਆਪ ਬੋਲ ਰਹੇ। ਇਹੀਓ ਆਪਾਂ ਨੂੰ ਮਹਾਰਾਜ ਸਮਝਾਉਂਦੇ ਵੀ ਇਹ ਹਰੀ ਦਾ ਮੰਦਰ ਹੈ,
ਜਦੋਂ ਸਾਨੂੰ ਗਿਆਨ ਰਤਨ ਹੁੰਦਾ ਫਿਰ ਭੇਦ ਖੁੱਲ੍ਹਦਾ। ਮਾਰੇ ਫਰਮਾਉਂਦੇ ਹਰਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਈ। ਬਈ ਜਦੋਂ ਸਾਨੂੰ ਇਹ ਗਿਆਨ ਰਤਨ ਹੋ ਗਿਆ ਤੇ ਫਿਰ ਭੇਦ ਲੱਗਦਾ ਵੀ ਇਹ ਹਰੀ ਦਾ ਮੰਦਰ, ਇਹਦੇ ਵਿੱਚ ਮਾਲਕ ਪਰਮੇਸ਼ਰ ਵਾਹਿਗੁਰੂ ਖੁਦ ਵਸਦਾ ਹੈ, ਇਹ ਮਾਲਕ ਖੁਦ ਬੋਲ ਰਹੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਜਿਨ੍ਹਾਂ ਨੂੰ ਇਹ ਭੇਤ ਖੁੱਲ੍ਹ ਗਿਆ ਬਈ ਇਹ ਹਰੀ ਦਾ ਮੰਦਰ ਹੈ, ਫਿਰ ਉਹ ਹਰਮੰਦਰ ਨੂੰ ਢਾਉਣਗੇ ਨਹੀਂ, ਫਿਰ ਉਹ ਹਰਮੰਦਰ ਦਾ ਨੁਕਸਾਨ ਨਹੀਂ ਕਰਨਗੇ। ਜਦ ਤੱਕ ਸਾਨੂੰ ਭੇਤ ਨਹੀਂ, ਅਸੀਂ ਅਗਿਆਨਤਾ ਦੇ ਵਿੱਚ ਹੀ ਇਹ ਹਰੀ ਦੇ ਮੰਦਰ ਨੂੰ ਢਾਈ ਜਾਂਦੇ, ਉਹਦਾ ਨੁਕਸਾਨ ਕਰਨਾ ਚਾਹੁੰਦੇ, ਉਹਨੂੰ ਢਾਉਣਾ ਚਾਹੁੰਦੇ। ਤੇ ਆਪਾਂ ਨੂੰ ਮਹਾਰਾਜ ਸਮਝਾਉਂਦੇ ਵੀ ਜਦੋਂ ਸਾਨੂੰ ਇਹ ਗਿਆਨ ਰਤਨ ਹੋ ਗਿਆ ਫਿਰ ਆਪਾਂ ਕਹਿੰਦੇ ਵੀ ਇਹਨੂੰ ਢਾਉਣਾ ਤਾਂ ਕੀ, ਵੀ ਇਹਨੂੰ ਮਾੜਾ ਨਾ ਬੋਲੋ, ਫਿੱਕੇ ਵਚਨ ਨਾ ਬੋਲੋ, ਕਿਸੇ ਵਰਥਾਏ ਮਨ ਦੇ ਵਿੱਚ ਮਾੜਾ ਖਿਆਲ ਨਾ ਲਿਆਓ, ਮਾੜਾ ਵਿਚਾਰ ਮਨਾਉਣ ਦਿਓ। ਬਈ ਜੇ ਅਸੀਂ ਕਿਸੇ ਦਾ ਬੁਰਾ ਨਹੀਂ ਸੋਚਾਂਗੇ, ਨਹੀਂ ਚਿਤਾਰਾਂਗੇ ਤੇ ਸਾਨੂੰ ਕਦੇ ਦੁੱਖ ਨਹੀਂ ਹੋਏਗਾ। ਮਾਰੇ ਫਰਮਾਉਂਦੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਾਹੀ ਭਾਈ ਮੀਤ। ਬਈ ਤੁਹਾਨੂੰ ਦੁੱਖ ਨਹੀਂ ਹੋਏਗਾ ਜੇ ਤੁਸੀਂ ਕਿਸੇ ਦਾ ਮਾੜਾ ਨਾ ਚਿਤਾਰ, ਕਿਸੇ ਬਾਰੇ ਮਾੜਾ ਨਾ ਸੋਚੋ। ਹੁਣ ਇਹ ਸੋਚਦੇ ਕਾਹਤੋਂ ਜੀਵ, ਕਿਉਂਕਿ ਭੇਤ ਨਹੀਂ ਸੋਝੀ ਨਹੀਂ। ਜਦੋਂ ਅਸੀਂ ਕਿਸੇ ਪਰਥਾਈ ਵੀ ਮਾੜਾ ਖਿਆਲ ਲਿਆਉਂਦੇ ਹਾਂ, ਮਾੜੇ ਵਿਚਾਰ ਲਿਆਉਂਦੇ ਹਾਂ ਦੁਬਦਾ ਦੇ, ਉਹ ਅਗਲੇ ਦਾ ਤਾਂ ਪਤਾ ਨਹੀਂ ਨੁਕਸਾਨ ਹੁੰਦਾ ਕਿ ਨਹੀਂ ਹੁੰਦਾ, ਸਾਡਾ ਉਦੋਂ ਹੀ ਹੋ ਜਾਂਦਾ, ਕਿਉਂਕਿ ਇਹ ਵਿਚਾਰ ਹੀ ਤਾਂ ਮੈਲ ਹੈ। ਜੇ ਅਸੀਂ ਕਿਸੇ ਪਰਥਾਏ ਬੁਰਾ ਸੋਚਾਂਗੇ ਤੇ ਉਹ ਮੈਲ ਸਾਡੇ ਮਨ 'ਤੇ ਲੱਗ ਜਾਣ, ਉਹੀਓ ਬੁਰਾ ਤੇ ਉਹ ਬੁਰਾ ਤਾਂ ਸਾਡਾ ਤਾਂ ਹੋ ਹੀ ਗਿਆ ਆਪਦਾ। ਸੋ ਤਾਂ ਮਹਾਰਾਜ ਕਹਿੰਦੇ ਜੇ ਤੁਸੀਂ ਪਰਾਏ ਕਿਸੇ ਦਾ ਵੀ ਬੁਰਾ ਨਾ ਸੋਚੋ ਤੇ ਤੁਹਾਨੂੰ ਦੁੱਖ ਨਹੀਂ ਹੋਏਗਾ, ਕਿਉਂਕਿ ਦੁੱਖ ਸਾਨੂੰ ਹੁੰਦਾ ਹੀ ਉਦੋਂ ਜਦੋਂ ਅਸੀਂ ਕਿਸੇ ਬਾਰੇ ਬੁਰਾ ਸੋਚਾਂਗੇ, ਉਹ ਬੁਰਾਈ ਦੀ ਮੈਲ ਸਾਡੇ ਮਨ 'ਤੇ ਲੱਗ ਗਈ ਤੇ ਉਹੀਓ ਦੁੱਖ ਹੈ। ਉਹ ਮੈਲ ਕਰਕੇ ਹੀ ਅਸੀਂ ਦੁਖੀ ਹੁੰਦੇ ਹਾਂ। ਉਹ ਜਿਉਂ-ਜਿਉਂ ਮੈਲ ਹੋਰ ਚੜ੍ਹਦੀ ਜਾਏਗੀ ਅਸੀਂ ਹੋਰ ਸ਼ਾਂਤ, ਹੋਰ ਦੁਖੀ ਹੁੰਦੇ ਜਾਵਾਂਗੇ। ਸੋ ਤਾਂ ਕਰਕੇ ਫਿਰ ਸਾਨੂੰ ਗੁਰੂ ਦੀ ਮੱਤ ਜਦੋਂ ਅਸੀਂ ਲੈਂਦੇ ਹਾਂ, ਇਹਦੇ ਨਾਲ ਸਾਡੇ ਮਨ ਤੋਂ ਮੈਲ ਉਤਰਦੀ ਹੈ। ਅਤੇ ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ ਉਹਦੇ ਨਾਲ ਸਾਡੇ ਉੱਤੇ ਮੈਲ ਚੜ੍ਹਦੀ, ਦੁਰਮਤ ਦੀ ਮੈਲ, ਦੁਬਦਾ ਦੀ, ਵੈਰ ਵਿਰੋਧ ਦੀ, ਈਰਖਾ ਦੀ, ਨਫ਼ਰਤ ਦੀ, ਹਉਮੈ ਹੰਕਾਰ ਦੀ। ਹੁਣ ਮਨਮੁਖ ਹੈ ਜਿਹੜਾ ਹਉਮੈ ਹੰਕਾਰ 'ਚ ਹੋਣ ਕਰਕੇ ਹੀ ਉਹ ਨਹੀਂ ਮੰਨਦਾ ਵੀ ਇਹ ਹਰੀ ਦਾ ਮੰਦਰ ਹੈ। ਉਹ ਕਹਿੰਦਾ ਇਹ ਹੋ ਹੀ ਨਹੀਂ ਸਕਦਾ। ਸਤਿਗੁਰੂ ਫਰਮਾਉਂਦੇ ਮਨਮੁਖ ਮੂਲ ਨਾ ਜਾਣਨੀ, ਮਾਨਸ ਹਰਮੰਦਰ ਨਾ ਹੋਏ। ਮਨਮੁਖ ਮੂਲ ਨੂੰ ਭੁੱਲਿਆ ਹੋਇਆ ਮਾਲਕ ਨੂੰ, ਉਹ ਕਹਿੰਦਾ ਇਹ ਹੋ ਹੀ ਨਹੀਂ ਸਕਦਾ ਵੀ ਇਹ ਹਰੀ ਦਾ ਮੰਦਰ ਹੋਵੇ, ਵੀ ਇਹ ਪਰਮਾਤਮਾ ਦਾ ਰੂਪ ਹੋਵੇ, ਇਹ ਕਿਵੇਂ ਹੋ ਸਕਦਾ। ਉਹ ਨਹੀਂ ਮੰਨਦਾ। ਹੁਣ ਤਾਂ ਫਿਰ ਮਹਾਰਾਜ ਸਮਝਾਉਂਦੇ ਵੀ ਮੰਨੇਗਾ ਉਹੀ ਜਿਹੜਾ ਗੁਰੂ ਦੀ ਮੱਤ ਲਏਗਾ। ਜੇ ਅਸੀਂ ਗੁਰੂ ਦੀ ਮੱਤ ਲਵਾਂਗੇ ਤੇ ਫਿਰ ਸਾਡਾ ਮਨ ਮੰਨਣ ਦੀ ਅਵਸਥਾ 'ਚ ਆਏਗਾ। ਉਹ ਵੀ ਜੇ ਅਸੀਂ ਖੁਦ ਸਿਮਰਨ ਅਭਿਆਸ ਕਰਾਂਗੇ, ਸੁਣ ਵਿੱਚ ਜਾਵਾਂਗੇ, ਉਹ ਤੋਂ ਸ਼ਬਦ ਨੂੰ ਸੁਣਾਂਗੇ। ਜਦ ਤੱਕ ਹੁਣ ਅਸੀਂ ਖੁਦ ਨਹੀਂ ਕਰਦੇ ਓਨਾ ਸਮਾਂ ਸਾਡੇ ਅੰਦਰ ਭਰਮ ਬਣਿਆ ਰਹਿੰਦਾ। ਮਹਾਰਾਜ ਫਰਮਾਉਂਦੇ ਮਾਇਆ ਫਾਸ ਬੰਦ ਨਹੀਂ ਫਾਰੇ, ਔਰ ਮਨ ਸੁਣ ਨਾ ਲੁਕੇ।
ਆਪਾ ਪਦ ਨਿਰਵਾਣ ਨਾ ਚੀਨੇ ਉਹਨ ਬਦਵੀਓ ਨਾ ਚੁੱਕੇ। ਬਈ ਜਦ ਤੱਕ ਅਸੀਂ ਖੁਦ ਨਹੀਂ ਕਰਾਂਗੇ ਉਹਨਾਂ ਸਮਾਂ ਸਾਡਾ ਭਰਮ ਖਤਮ ਨਹੀਂ ਹੋਣਾ। ਉਹਨਾਂ ਸਮਾਂ ਭਰਮ ਬਣਿਆ ਹੋਇਆ। ਤੇ ਇਸ ਲਈ ਮਹਾਰਾਜ ਕਹਿੰਦੇ ਵੀ ਤੁਸੀਂ ਆਪ ਕਰੋ। ਜਦੋਂ ਅਸੀਂ ਖੁਦ ਕਰਾਂਗੇ ਫਿਰ ਸਾਡਾ ਇਹ ਭਰਮ ਖਤਮ ਹੋਣਾ, ਫਿਰ ਸਾਨੂੰ ਭੇਦ ਬੋਲਣਾ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਸਾਰੀ ਜੋ ਗੁਰਬਾਣੀ ਗੁਰੂ ਹੈ ਇਹ ਕਮਾਉਣ ਦਾ ਵਿਸ਼ਾ ਹੈ, ਮੰਨਣ ਦਾ ਵਿਸ਼ਾ। ਇਹ ਇਕੱਲਾ ਪੜ੍ਹਨ ਦਾ ਜਾਂ ਇਕੱਲਾ ਗਾਉਣ ਦਾ ਵਿਸ਼ਾ ਨਹੀਂ। ਇਹ ਮੰਨ ਕੇ ਕਮਾ ਕੇ ਉੱਥੇ ਪਹੁੰਚਣ ਦਾ ਵਿਸ਼ਾ ਵੀ ਜਿੱਥੇ ਸਾਨੂੰ ਸਤਿਗੁਰੂ ਪਹੁੰਚਣ ਨੂੰ ਕਹਿ ਰਹੇ। ਜਿਵੇਂ ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਸਹਿਜ ਘਰ ਆਵੋ, ਬਈ ਸਹਿਜ ਸਾਡਾ ਘਰ ਹੈ। ਜੇ ਹੁਣ ਅਸੀਂ ਸਹਿਜ ਵਿੱਚ ਗਏ ਨਹੀਂ, ਫਿਰ ਉਹ ਕਹਿੰਦੇ ਤੁਸੀਂ ਕੀ ਪੜ੍ਹਦੇ ਹੋ, ਤੁਸੀਂ ਕੀ ਗਾਉਂਦੇ ਹੋ, ਬਈ ਤੁਸੀਂ ਆਪਦੇ ਘਰ ਤਾਂ ਆਏ ਨਹੀਂ। ਮਹਾਰਾਜ ਇਸ ਲਈ ਫਰਮਾਉਂਦੇ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪਰਾਨਾ ਸੁਣੀਏ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਵੀ ਇਕੱਲਾ ਪੜ੍ਹਨ ਦੇ ਨਾਲ ਜਾਂ ਗਾਉਣ ਦੇ ਨਾਲ ਕੀ ਹੋ ਗਿਆ ਜੇ ਤੁਸੀਂ ਆਪਦੇ ਘਰ ਤਾਂ ਗਏ ਨਹੀਂ। ਇਹ ਅਸੀਂ ਸਾਰਾ ਕੁਛ ਇਸ ਵਾਸਤੇ ਕਰਦੇ ਹਾਂ, ਸਿਮਰਨ ਅਭਿਆਸ, ਗੁਰਬਾਣੀ ਨੂੰ ਪੜ੍ਹਨਾ ਸੁਣਨਾ ਗਾਉਣਾ, ਵੀ ਤਾਂ ਕਿ ਅਸੀਂ ਆਪਦੇ ਘਰ ਚਲੇ ਜਾਈਏ, ਮਨ ਸਾਡਾ ਆਪਣੇ ਘਰ ਚਲਾ ਜਾਵੇ। ਹੁਣ ਉਹਦੇ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਅਸੀਂ ਗੁਰੂ ਦੀ ਮੱਤ ਦੁਆਰਾ ਘਰ ਜਾ ਸਕਦੇ ਹਾਂ, ਉੱਦਾਂ ਨਹੀਂ ਜਾ ਸਕਦੇ। ਸਹਿਜ ਅਵਸਥਾ ਜਿਹੜੀ ਸਹਿਜ ਦੇ ਵਿੱਚ ਸਾਡਾ ਮਨ ਗੁਰੂ ਦੀ ਮੱਤ ਲੈ ਕੇ ਜਾ ਸਕਦਾ, ਉੱਦਾਂ ਮਹਾਰਾਜ ਇਸ ਲਈ ਫਰਮਾਉਂਦੇ ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਈ। ਬਈ ਗੁਰੂ ਦੀ ਮੱਤ ਤੋਂ ਬਿਨਾਂ ਸਹਿਜ ਅਵਸਥਾ ਜਿਹੜੀ ਉਹ ਪ੍ਰਾਪਤ ਨਹੀਂ ਹੁੰਦੀ। ਸਾਡਾ ਮਨ ਜਾ ਨਹੀਂ ਸਕਦਾ ਉੱਥੇ ਆਪਦੀ ਮੱਤ ਲੈ ਕੇ। ਸੋ ਇਸ ਵਾਸਤੇ ਹੁਣ ਆਪਾਂ ਨੂੰ ਕਹਿੰਦੇ ਬਈ ਸਾਡੀ ਮੱਤ ਜਿਹੜੀ ਇਹ ਖਤਮ ਹੋਣੀ ਸਿਮਰਨ ਕਰਕੇ ਸੁੰਨ 'ਚ ਜਾ ਕੇ। ਜਿਵੇਂ ਹੁਣ ਆਪਾਂ ਜਦੋਂ ਇਹ ਅਭਿਆਸ ਕਰਦੇ ਹਾਂ, ਅਭਿਆਸ ਕਰਦੇ ਕਰਦੇ ਸਾਨੂੰ ਨੀਂਦ ਆ ਜਾਂਦੀ, ਇੰਨੀ ਗੂੜ੍ਹੀ ਆਪਾਂ ਨੂੰ ਨੀਂਦ ਆ ਜਾਂਦੀ, ਇੰਨਾ ਅਸੀਂ ਸੁੰਨ ਦੇ ਵਿੱਚ ਲੀਨ ਹੋ ਜਾਂਦੇ। ਜਿਵੇਂ ਮਹਾਰਾਜ ਕਹਿੰਦੇ ਵੀ ਆਕਾਸ਼ ਦੇ ਵਿੱਚ ਜਲ ਸਮਾਇਆ, ਜਲ ਆਕਾਸ਼ੀ ਸੁੰਨ ਸਮਾਵੇ। ਜਦੋਂ ਅਸੀਂ ਸੁੰਨ 'ਚ ਇਸ ਤਰ੍ਹਾਂ ਲੀਨ ਹੋ ਗਏ, ਸਮਾ ਗਏ, ਉੱਥੇ ਜਾ ਕੇ ਸਾਡਾ ਆਪਣਾ ਆਪ ਖਤਮ ਹੋ ਜਾਂਦਾ। ਉੱਥੇ ਆਪਾਂ ਨੂੰ ਕੋਈ ਯਾਦ ਨਹੀਂ ਰਹਿੰਦਾ ਵੀ ਸਾਡਾ ਕੀ ਨਾਂ ਹੈ, ਸਾਡਾ ਕਿਹੜਾ ਪਰਿਵਾਰ ਹੈ, ਕਿੰਨੇ ਅਸੀਂ ਪਰਿਵਾਰ ਦੇ ਮੈਂਬਰ ਹਾਂ, ਸਾਡਾ ਕਿਹੜਾ ਘਰ-ਬਾਰ ਹੈ। ਸਭ ਕੁਛ ਆਪਾਂ ਨੂੰ ਭੁੱਲ ਜਾਂਦਾ ਇੱਧਰ ਦਾ। ਜੋ ਅਸੀਂ ਸੰਸਾਰ ਦਾ ਗਿਆਨ ਲਿਆ ਉਹ ਗਿਆਨ ਵੀ ਸਾਰਾ ਕੁਛ ਭੁੱਲ ਜਾਂਦਾ। ਉਸ ਅਵਸਥਾ 'ਚ ਕਹਿੰਦੇ ਜਾ ਕੇ ਵੀ ਇਹਨਾਂ ਦਾ ਆਪਣਾ ਆਪਾ ਜਿਹੜਾ ਉਹ ਮਿਟ ਗਿਆ। ਹੁਣ ਉੱਥੇ ਜਾ ਕੇ ਫਿਰ ਸਾਡੇ ਮਨ ਨੇ ਜਾਗਣਾ, ਜਾਗਣਾ ਸ਼ਬਦ ਦੁਆਰਾ। ਜਦੋਂ ਹੁਣ ਅਸੀਂ ਵਾਰ ਵਾਰ ਇਹ ਸੁੰਨ 'ਚ ਜਾਵਾਂਗੇ, ਜਾ ਕੇ ਉੱਥੇ ਜੇ ਅਸੀਂ ਸਮਾ ਵੀ ਜਾਂਦੇ, ਮਾਲਕ ਸਾਨੂੰ ਫਿਰ ਉੱਥੋਂ ਆਵਾਜ਼ ਦੇ ਕੇ ਠਾ ਲੈਂਦੇ। ਜਿਵੇਂ ਮਹਾਰਾਜ ਦੱਸਦੇ, ਕਹਿੰਦੇ ਵੀ ਇੱਕ ਤਾਂ ਉੱਥੇ ਜਾਗਦੇ ਬੈਠੇ, ਕਈ ਵਾਰ ਮਾਲਕ ਉਹਨਾਂ ਨੂੰ ਨਹੀਂ ਬੁਲਾਉਂਦਾ, ਇੱਕ ਸੁੰਨ 'ਚ ਸਮਾ ਗਏ, ਉਹ ਸੁੱਤਿਆਂ ਨੂੰ ਉਠਾ ਲੈਂਦੇ। ਮਹਾਰਾਜ ਫਰਮਾਉਂਦੇ ਇੱਕ ਜਗੰਦੇ ਨਾ ਲੈਣ, ਇੱਕ ਨਾ ਸੁੱਤਿਆਂ ਦੇ ਉਠਾਲ। ਵੀ ਇੱਕ ਤਾਂ ਜਾਗਦੇ ਬੈਠੇ, ਫਿਰ ਵੀ ਹਜੇ ਨਹੀਂ ਮਾਲਕ ਨੇ ਬੁਲਾਏ, ਇੱਕ ਸਮਾਏ ਬੈਠੇ, ਉਹ ਸਮਾਇਆ ਨੂੰ ਉਠਾਲ ਲੈਂਦੇ। ਜਿਸ ਵਰਥਾਏ ਮਹਾਰਾਜ ਕਹਿੰਦੇ ਧੁਨ ਉਪਜੇ ਸ਼ਬਦ ਜਗਾਇਆ।
ਬਈ ਉਹ ਧੁਨ ਪ੍ਰਗਟ ਹੋ ਗਈ, ਸ਼ਬਦ ਪ੍ਰਗਟ ਹੋ ਗਏ ਅਤੇ ਮਨ ਨੇ ਸੁਣਨਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਫਿਰ ਉੱਥੇ ਸੁਣਨਾ ਸ਼ੁਰੂ ਕਰਦੇ ਹਾਂ, ਉੱਥੇ ਸਾਨੂੰ ਇੱਧਰ ਦਾ ਕੋਈ ਆਪਣਾ ਆਪਾ ਜਿਹੜਾ ਉਹ ਖਤਮ ਹੋ ਗਿਆ ਹੁੰਦਾ, ਅਤੇ ਉਦੋਂ ਕਹਿੰਦੇ ਵੀ ਇਹਨਾਂ ਨੇ ਜਾ ਕੇ ਆਪਣਾ ਆਪਾ ਸਮਰਪਣ ਕਰ ਦਿੱਤਾ। ਉਸ ਅਵਸਥਾ ਦੇ ਵਿੱਚ ਸਾਡਾ ਆਪਣਾ ਆਪਾ ਜਾ ਕੇ ਉੱਥੇ ਮਿਟਦਾ। ਇਸੇ ਅਵਸਥਾ ਦੇ ਵਿੱਚ ਹੀ ਫਿਰ ਜਦੋਂ ਬਾਬਾ ਕਬੀਰ ਜੀ ਗਏ, ਉਹਨਾਂ ਨੇ ਫਿਰ ਜਾ ਕੇ ਉਸ ਅਵਸਥਾ ਦੇ ਵਿੱਚ ਬਿਆਨ ਕੀਤਾ ਵੀ ਮੇਰਾ ਮੇਰੇ ਵਿੱਚ ਕੁਝ ਵੀ ਨਹੀਂ, ਜੋ ਕੁਝ ਵੀ ਹੈਗਾ ਹੈ ਵੀ ਉਹ ਕਿਹਦਾ? ਪਰਮਾਤਮਾ ਦਾ, ਵਾਹਿਗੁਰੂ ਦਾ। ਵੀ ਸਾਰਾ ਕੁਛ ਤੇਰਾ ਅਤੇ ਤੇਰਾ ਤੈਨੂੰ ਹੀ ਸੌਂਪ ਦਿੱਤਾ, ਮੇਰਾ ਤਾਂ ਕੁਝ ਹੈ ਹੀ ਨਹੀਂ ਮੇਰੇ ਵਿੱਚ। ਮਹਾਰਾਜ ਫਰਮਾਉਂਦੇ, ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਵੀ ਤੇਰਾ ਹੀ ਤੈਨੂੰ ਸੌਂਪਣਾ ਹੈ, ਸਾਡੇ ਵਿੱਚ ਸਾਡਾ ਕੁਛ ਹੈ ਹੀ ਨਹੀਂ ਆਪਦਾ। ਹੁਣ ਉਹ ਅਵਸਥਾ ਦੇ ਵਿੱਚ ਆਪਾਂ ਸਮਰਪਣ ਹੁੰਦਾ, ਉਦੋਂ ਭੇਦ ਖੁੱਲ੍ਹਦਾ ਵੀ ਸਾਡੇ ਵਿੱਚ ਸਾਡਾ ਕੁਝ ਨਹੀਂ ਹੈ। ਵੀ ਕਿਹਦਾ ਹੈ? ਵੀ ਜਿਹਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ, ਮਾਲਕ ਨੇ, ਵੀ ਉਹਦਾ ਹੀ ਹੈ ਸਾਰਾ ਕੁਛ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਤੁਸੀਂ ਵੀ ਇਹ ਵਿਚਾਰਨਾ ਵੀ ਤੁਹਾਡੇ ਵਿੱਚ ਤੁਹਾਡਾ ਆਪਣਾ ਕੀ ਹੈ। ਹੁਣ ਜਦੋਂ ਆਪਾਂ ਵੀ ਵਿਚਾਰਾਂਗੇ ਫਿਰ ਸਾਨੂੰ ਭੇਦ ਖੁੱਲ੍ਹਦਾ ਵੀ ਸਾਡੇ ਵਿੱਚ ਸਾਡਾ ਕੁਝ ਨਹੀਂ ਹੈ, ਅਤੇ ਕਿਹਦਾ ਹੈ? ਪਰਮਾਤਮਾ ਦਾ। ਜਦੋਂ ਸਾਰਾ ਕੁਛ ਆਪਣੇ ਵਿੱਚ ਪਰਮਾਤਮਾ ਦਾ ਹੀ ਹੈ, ਅਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਕੀ ਹੋ ਗਏ? ਵੀ ਜਿਹਦਾ ਹੈਗਾ ਸਾਰਾ ਕੁਛ, ਫਿਰ ਉਹ ਇਸ ਅਵਸਥਾ 'ਚ ਕਹਿੰਦੇ ਵੀ ਤੁਸੀਂ ਵੀ ਸਾਰੇ ਪਰਮਾਤਮਾ ਦਾ ਹੀ ਰੂਪ, ਜਿਹਦੇ ਵਿੱਚ ਸਾਡਾ ਆਪਣਾ ਕੁਝ ਨਹੀਂ। ਜਦੋਂ ਸਾਰਾ ਕੁਛ ਪਰਮਾਤਮਾ ਦਾ ਹੀ ਹੈ, ਰੱਬ ਦਾ ਹੀ ਹੈ, ਅਤੇ ਫਿਰ ਉਸ ਅਵਸਥਾ 'ਚ ਕਹਿੰਦੇ ਵੀ ਤੁਸੀਂ ਕੌਣ ਹੋ ਗਏ? ਉਹ ਕਹਿੰਦੇ ਪਰਮਾਤਮਾ। ਇਹੋ ਆਪਾਂ ਨੂੰ ਸਮਝਾਉਂਦੇ ਵੀ ਇਹ ਮੇਰਾ ਸਰਗੁਣ ਰੂਪ ਹੈ, ਵੀ ਮੇਰੇ ਦੋ ਹੀ ਰੂਪ ਨੇ, ਇੱਕ ਨਿਰਗੁਣ ਅਤੇ ਦੂਸਰਾ ਸਰਗੁਣ। ਨਿਰਗੁਣ ਦੇ ਵਿੱਚੋਂ ਹੀ ਮਹਾਰਾਜ ਕਹਿੰਦੇ ਮੈਂ ਇਹ ਆਪਣਾ ਸਰਗੁਣ ਰੂਪ ਪ੍ਰਗਟ ਕੀਤਾ। ਰਮਾਉਂਦੇ ਆਪਾਂ ਨੂੰ ਸਰਗੁਣ ਨਿਰਗੁਣ ਨਿਰੰਕਾਰ, ਸੋਨ ਸਮਾਧੀ ਆਪ ਆਪਨ ਕੀਆ, ਨਾਨਕ ਆਪੇ ਹੀ ਫਿਰ ਜਾਪ। ਵੀ ਇਹ ਸਾਰਾ ਮੇਰਾ ਆਪਣਾ ਖੇਲ ਹੈ, ਵੀ ਨਿਰਗੁਣ ਦੇ ਵਿੱਚੋਂ ਹੀ ਮੈਂ ਸਰਗੁਣ ਰੂਪ 'ਚ ਪ੍ਰਗਟ ਹੋਈ। ਨਿਰੰਕਾਰ ਤੋਂ ਮੈਂ ਆਪਣਾ ਹੀ ਆਕਾਰ ਪ੍ਰਗਟ ਕੀਤਾ। ਨਿਰੰਕਾਰ ਆਕਾਰ ਹੈ ਆਪੇ, ਵੀ ਇਹ ਮੇਰਾ ਹੀ ਰੂਪ ਆ, ਸਰਗੁਣ ਰੂਪ ਹੈ ਮੇਰਾ। ਹੁਣ ਜੇ ਇੱਕ ਪਾਸੇ ਤਾਂ ਅਸੀਂ ਸਿਮਰਨ ਕਰਦੇ ਹਾਂ, ਸੰਗਤ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਅਤੇ ਜੇ ਅਸੀਂ ਦੂਸਰੇ ਪਾਸੇ ਉਹਦੇ ਸਰਗੁਣ ਰੂਪ ਦੇ ਨਾਲ ਹੀ ਵੈਰ ਵਿਰੋਧ ਕਰੀ ਜਾਂਦੇ, ਉਹਦੇ ਸਰਗੁਣ ਰੂਪ ਦੀ ਨਿੰਦਿਆ ਕਰਾਂਗੇ, ਉਹਨੂੰ ਹੀ ਮਾੜਾ ਆਖਾਂਗੇ, ਉਹਦੇ ਨਾਲ ਹੀ ਮਨ 'ਚ ਈਰਖਾ ਰੱਖਾਂਗੇ, ਨਫ਼ਰਤ ਕਰਾਂਗੇ, ਅਤੇ ਫਿਰ ਅਸੀਂ ਆਖੀਏ ਵੀ ਅਸੀਂ ਮਾਲਕ ਨੂੰ ਮਿਲ ਲਾਂਗੇ, ਨਹੀਂ ਮਿਲ ਸਕਦੇ। ਜੇ ਅਸੀਂ ਵਾਦ ਵਿਵਾਦ 'ਚ ਹੀ ਪਏ ਰਹਾਂਗੇ ਫਿਰ ਅਸੀਂ ਮਾਲਕ ਨੂੰ ਨਹੀਂ ਮਿਲ ਸਕਦੇ। ਤਾਂਹੀਓ ਮਹਾਰਾਜ ਕਹਿੰਦੇ ਵਾਦ ਵਿਵਾਦ ਨਾਹੀਂ ਪ੍ਰਭ ਮੇਲਾ, ਵੀ ਵਾਦ ਵਿਵਾਦ ਦੇ ਨਾਲ ਤਾਂ ਮਾਲਕ ਦੇ ਨਾਲ ਮੇਲ ਹੋਣਾ ਨਹੀਂ, ਫਿਰ ਤਾਂ ਉਹਨੂੰ ਮਿਲਿਆ ਨਹੀਂ ਜਾਣਾ। ਅਤੇ ਤਾਂਹੀਓ ਆਪਾਂ ਨੂੰ ਸਮਝਾਉਂਦੇ ਵੀ ਇਹ ਵੈਰ ਵਿਰੋਧ ਛੱਡੋ। ਜੇ ਤੁਸੀਂ ਕਰਦੇ ਹੋ ਤਾਂ ਕਰਦੇ ਕਿਸ ਨਾਲ? ਵੀ ਸਾਰਿਆਂ ਦੇ ਅੰਦਰ ਤਾਂ ਬ੍ਰਹਮ ਹੀ ਹੈ, ਵੀ ਜਿੰਨੇ ਵੀ ਘਟ ਨੇ ਇਹ ਸਰੀਰ ਸਾਰਿਆਂ ਦੇ ਅੰਦਰ ਵੀ ਬ੍ਰਹਮ ਹੈ ਅਤੇ ਬਾਹਰ ਵੀ ਚਾਰ ਚੁਫੇਰੇ ਬ੍ਰਹਮ ਹੈ। ਤਾਂਹੀਓ ਮਹਾਰਾਜ ਸਾਨੂੰ ਫਰਮਾਉਂਦੇ ਵਾਹ ਵੈਰ ਵਿਰੋਧ ਨ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ।
ਬਈ ਸਾਰਿਆਂ ਘਟਾਂ ਦੇ ਵਿੱਚ ਤਾਂ ਮਾਲਕ ਹੀ ਹੈ, ਤੇ ਆਪਾਂ ਨੂੰ ਕਹਿੰਦੇ ਜੇ ਵੈਰ ਵਿਰੋਧ ਕਰੋਗੇ ਤੇ ਕਰੋਗੇ ਕਿਸ ਦੇ ਨਾਲ? ਬਈ ਸਾਰਿਆਂ ਦੇ ਵਿੱਚ ਤਾਂ ਉਹ ਮਾਲਕ ਆਪ ਹੀ ਹੈ। ਇਸੇ ਅਵਸਥਾ ਦੇ ਵਿੱਚ ਹੀ ਫਿਰ ਗੁਰਮੁਖ ਜਦੋਂ ਜਾਂਦੇ ਭਗਤ ਜਨ ਗਏ, ਫਿਰ ਉਹਨਾਂ ਨੇ ਆਖਿਆ ਵੀ ਮੈਂ ਮੰਨਦਾ ਕਿਹਨੂੰ ਆਖਾਂ, ਵੀ ਤੇਰੇ ਤੋਂ ਬਿਨਾਂ ਤਾਂ ਹੋਰ ਕੋਈ ਹੈ ਹੀ ਨਹੀਂ ਹੈ। ਫਰੀਦਾ ਖਾਲਕ ਖਲਕ ਮੈਂ, ਖਾਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤੁਝ ਬਿਨ ਕੋਈ ਨਾ ਹੈ। ਵੀ ਤੇਰੇ ਤੋਂ ਬਿਨਾਂ ਤਾਂ ਹੋਰ ਕੋਈ ਹੈ ਹੀ ਨਹੀਂ। ਮੈਂ ਮੰਦਾ ਤਾਂ ਕਿਸੇ ਨੂੰ ਤਾਂ ਆਖਾਂ ਜੇ ਕੋਈ ਹੋਰ ਹੋਵੇ। ਬਈ ਇਹ ਤਾਂ ਸਾਰਾ ਤੇਰਾ ਆਪਣਾ ਹੀ ਖੇਲ ਹੈ। ਤੇ ਇਸੇ ਅਵਸਥਾ ਦੇ ਵਿੱਚ ਹੀ ਮਨ ਗਿਆ ਹੋਇਆ, ਫਿਰ ਅਸੀਂ ਮਾਲਕ ਦਾ ਰੂਪ ਹੋ ਸਕਦੇ, ਫਿਰ ਉਹਨੂੰ ਅਸੀਂ ਮਿਲ ਸਕਦੇ। ਜੇ ਹੁਣ ਅਸੀਂ ਕਿਸੇ ਨਾਲ ਵੀ ਵੈਰ ਵਿਰੋਧ ਰੱਖਾਂਗੇ, ਦੁਵਿਧਾ ਰੱਖਾਂਗੇ, ਫਿਰ ਅਸੀਂ ਮਾਲਕ ਤੱਕ ਪਹੁੰਚ ਨਹੀਂ ਸਕਦੇ, ਕਿਉਂਕਿ ਉਹਦੇ ਤੱਕ ਪਹੁੰਚਣ ਵਾਸਤੇ ਸਿਰਫ ਇੱਕੋ ਹੀ ਮਾਰਗ ਹੈ, ਪ੍ਰੇਮ ਦਾ। ਪ੍ਰੇਮ ਦੁਆਰਾ ਉਹਨੂੰ ਜਾਣਿਆ ਜਾ ਸਕਦਾ, ਪ੍ਰੇਮ ਦੁਆਰਾ ਉਹਦਾ ਭੇਤ ਲਿਆ ਜਾ ਸਕਦਾ। ਦੁਵਿਧਾ ਦੇ ਵਿੱਚ ਆ ਕੇ, ਵੈਰ ਵਿਰੋਧ 'ਚ ਆ ਕੇ ਸਾਨੂੰ ਮਾਲਕ ਦਾ ਭੇਤ ਨਹੀਂ ਆ ਸਕਦਾ। ਦੁਵਿਧਾ ਦੇ ਵਿੱਚ ਕਿਸੇ ਨੇ ਉਹਦਾ ਭੇਤ ਨਹੀਂ ਪਾਇਆ। ਤਾਈਓ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਸਮਝਾਉਂਦੇ ਬਈ ਜੇ ਤੁਸੀਂ ਮਾਲਕ ਨੂੰ ਮਿਲਣਾ ਹੈ ਤੇ ਪਿਆਰ ਦਾ ਖੇਲ, ਤੁਸੀਂ ਪ੍ਰੇਮ ਦੇ ਮਾਰਗ 'ਤੇ ਚੱਲੋ। ਮਹਾਰਾਜ ਤਾਈਓ ਸਾਨੂੰ ਫਰਮਾਉਂਦੇ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਈ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਮਾਲਕ ਦੇ ਨਾਲ ਮਿਲਾਪ ਕੀਤਾ। ਬਈ ਜੇ ਅਸੀਂ ਪ੍ਰੇਮ ਨਹੀਂ ਕਰਾਂਗੇ ਤੇ ਫਿਰ ਅਸੀਂ ਮਾਲਕ ਨੂੰ ਮਿਲ ਹੀ ਨਹੀਂ ਸਕਦੇ, ਸਾਨੂੰ ਉਹਦਾ ਭੇਤ ਹੀ ਨਹੀਂ ਆ ਸਕਦਾ। ਕਿਸੇ ਦਾ ਵੀ ਆਪਾ ਭੇਦ ਲੈਣਾ ਹੋਵੇ, ਪਿਆਰ ਦੇ ਨਾਲ ਭੇਦ ਲਿਆ ਜਾ ਸਕਦਾ। ਦੁਵਿਧਾ ਦੇ ਵਿੱਚ, ਵੈਰ ਵਿਰੋਧ 'ਚ ਪੈ ਕੇ ਕਿਸੇ ਦਾ ਭੇਦ ਨਹੀਂ ਲਿਆ ਜਾ ਸਕਦਾ। ਹੁਣ ਮਾਲਕ ਦਾ ਭੇਤ ਲੈਣ ਵਾਸਤੇ ਸਾਨੂੰ ਫਿਰ ਇਹ ਪ੍ਰੇਮ ਦੀ ਅਵਸਥਾ ਦੇ ਵਿੱਚ ਆਉਣਾ ਪੈਣਾ। ਸਾਨੂੰ ਇਹ ਪ੍ਰੇਮ ਦਾ ਮਾਰਗ ਜਿਹੜਾ ਪੰਥ ਪ੍ਰੇਮ ਦਾ, ਸਾਨੂੰ ਇਹਦੇ 'ਤੇ ਚੱਲਣਾ ਪੈਣਾ। ਜਦੋਂ ਅਸੀਂ ਇਹ ਪੰਥ ਛੱਡ ਦਿੰਦੇ ਪ੍ਰੇਮ ਦਾ, ਤਾਂਹੀਓ ਮਹਾਰਾਜ ਕਹਿੰਦੇ ਪੰਥਾ ਪ੍ਰੇਮ ਨਾ ਜਾਣੀ, ਭੁੱਲੀ ਫਿਰੇ ਗਵਾਰ। ਬਈ ਇਹ ਪ੍ਰੇਮ ਦਾ ਪੰਥ ਤਾਂ ਜਾਣਦੇ ਨਹੀਂ, ਤੇ ਭੁੱਲੇ ਹੋਏ ਦੁਵਿਧਾ ਦੇ ਵਿੱਚ, ਵੈਰ ਵਿਰੋਧ ਦੇ ਵਿੱਚ ਦੁਖੀ ਹੋ ਰਹੇ, ਜੀਵਨ ਦੀ ਬਾਜੀ ਨੂੰ ਹਾਰ ਰਹੇ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸੰਤ ਮਾਰਗ ਦੇ ਉੱਤੇ ਚੱਲੋ। ਸੰਤ ਜਨ ਸਾਨੂੰ ਇਹ ਪ੍ਰੇਮ ਦਾ ਮਾਰਗ ਦੱਸਦੇ ਵੀ ਹੁਣ ਹੀ ਅਸੀਂ ਇਹ ਮਾਰਗ ਦੇ ਉੱਤੇ ਚੱਲ ਸਕਦੇ। ਸਾਨੂੰ ਮੌਕਾ ਮਿਲਿਆ, ਸਾਨੂੰ ਵਾਰੀ ਮਿਲੀ ਮਾਨਸ ਜੰਮ। ਹੁਣ ਅਸੀਂ ਟਹਿਲ ਕਮਾ ਸਕਦੇ ਹਾਂ ਸੰਤਾਂ ਦੀ, ਹੁਣ ਅਸੀਂ ਉਹਨਾਂ ਦੇ ਵਚਨ ਕਮਾ ਸਕਦੇ। ਸੋ ਤਾਈਓ ਫਿਰ ਸਾਨੂੰ ਸਮਝਾਉਂਦੇ, ਸਾਡੇ ਮਨ ਨੂੰ ਬੇਨਤੀਆਂ ਕਰਦੇ, ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਵਸਣ ਸਹੇਲਾ। ਬਈ ਹੁਣ ਅਸੀਂ ਲਾਹਾ ਖੱਟ ਸਕਦੇ ਹਾਂ ਤੇ ਅੱਗੇ ਆਪਦਾ ਸਹੇਲਾ ਕਰ ਸਕਦੇ, ਸੁਖੀ ਹੋ ਸਕਦੇ। ਹੁਣ ਅਸੀਂ ਟਹਿਲ ਕਮਾ ਸਕਦੇ ਸੰਤਾਂ ਦੀ, ਸਾਧੂਆਂ ਦੀ, ਗੁਰੂ ਦੀ, ਸਤਿਗੁਰ ਦੀ। ਵੀ ਹੁਣ ਹੀ ਸਾਨੂੰ ਮੌਕਾ, ਹੋਣੀ ਵਾਰੀ ਹੈ। ਤੇ ਉਹ ਵੀ ਸਾਨੂੰ ਫਿਰ ਪ੍ਰੇਮ ਦੇ ਮਾਰਗ 'ਤੇ ਚੱਲਾਂਗੇ, ਫਿਰ ਹੀ ਸਾਨੂੰ ਭੇਤ ਆਉਣਾ ਵੀ ਸੰਤਾਂ ਦੀ ਟਹਿਲ ਕਿਵੇਂ ਕਰਨੀ, ਗੁਰੂ ਦੀ ਕਿਵੇਂ ਟਹਿਲ ਕਮਾਉਣੀ, ਤੇ ਸਤਿਗੁਰ ਦੀ ਕਿਵੇਂ ਟਹਿਲ ਕਮਾਉਣੀ। ਇਹ ਜੇ ਅਸੀਂ ਸੰਤ ਮਾਰਗ 'ਤੇ ਚੱਲਾਂਗੇ, ਪ੍ਰੇਮ ਦੇ ਮਾਰਗ 'ਤੇ, ਫਿਰ ਸਾਨੂੰ ਭੇਤ ਲੱਗਣਾ, ਨਹੀਂ ਤਾਂ ਲੱਗ ਹੀ ਨਹੀਂ ਸਕਦਾ।
ਸੋ ਤਾਈਓਂ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਸੰਤਾਂ ਦੀ ਸੇਵਾ ਕਰੋ। ਤੇ ਸੰਤਾਂ ਦੀ ਸੇਵਾ ਕੀ ਹੁੰਦੀ? ਸਿਮਰਨ ਕਰਨਾ। ਸੰਤਾਂ ਦੀ ਸੇਵਾ ਹੁੰਦੀ ਉਹਨਾਂ ਦਾ ਬਚਨ ਕਮਾਉਣਾ, ਬਚਨ ਮੰਨਣਾ। ਇਹ ਸੰਤਾਂ ਦੀ ਸੇਵਾ। ਸੰਤ ਕੀ ਸੇਵਾ ਨਾਮ ਤੇ ਆਈਏ। ਵੀ ਸੰਤਾਂ ਦੀ ਸੇਵਾ ਹੁੰਦੀ ਮਾਲਕ ਦਾ ਸਿਮਰਨ ਕਰਨਾ। ਉਹ ਆਪ ਸਿਮਰਨ ਕਰਦੇ, ਸਾਨੂੰ ਵੀ ਸਿਮਰਨ ਕਰਾਉਂਦੇ। ਇਹ ਸੰਤਾਂ ਦਾ ਕਰਮ ਮਾਲਕ ਨੇ ਉਹਨਾਂ ਦਾ ਲਾਇਆ, ਉਹਨਾਂ ਨੂੰ ਇਸ ਕਰਮ 'ਤੇ ਵੀ ਤੁਸੀਂ ਇਹ ਕਰੋ ਜੋ ਮਹਾਰਾਜ ਫਰਮਾਉਂਦੇ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ 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 ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਬਈ ਉਹਨਾਂ ਨੇ ਆਪ ਵੀ ਜਪਣਾ ਤੇ ਸਾਨੂੰ ਵੀ ਜਪਾਉਣਾ। ਇਹੋ ਉਹਨਾਂ ਦੀ ਸੇਵਾ। ਫਿਰ ਜਦੋਂ ਅਸੀਂ ਇਹ ਸਿਮਰਨ ਕਰਦੇ ਹਾਂ, ਇਹ ਸੰਤਾਂ ਦੀ ਸੇਵਾ ਹੁੰਦੀ। ਜਦੋਂ ਅਸੀਂ ਉਹਨਾਂ ਦਾ ਬਚਨ ਮੰਨਾਂਗੇ, ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀ ਹੈ? ਇਹਨਾਂ ਦਾ ਬਚਨ ਮੰਨਣਾ। ਗੁਰੂਆਂ ਦਾ, ਭਗਤਾਂ ਦਾ ਜਦੋਂ ਅਸੀਂ ਬਚਨ ਮੰਨਾਂਗੇ ਤੇ ਸਮਝ ਲਓ ਅਸੀਂ ਇਹਨਾਂ ਦੀ ਸੇਵਾ ਕਰ ਰਹੇ ਹਾਂ। ਜੇ ਹੁਣ ਅਸੀਂ ਇਹਨਾਂ ਦਾ ਬਚਨ ਮੰਨਦੇ ਨਹੀਂ, ਫਿਰ ਅਸੀਂ ਸੇਵਾ ਥੋੜ੍ਹੀ ਕਰਦੇ। ਸੋ ਇਸ ਵਾਸਤੇ ਕਹਿੰਦੇ ਵੀ ਜੇ ਕੋਈ ਸੇਵਾ ਕਰੇ ਤੇ ਫਿਰ ਉਹਨੂੰ ਮਨ ਚਿੰਦੇ ਆ ਜਿਹੜਾ ਫਲ, ਉਹਦੀ ਪ੍ਰਾਪਤੀ ਹੋ ਜਾਂਦੀ। ਜੇ ਅਸੀਂ ਸੇਵਾ ਕਰਾਂਗੇ ਸੰਤਾਂ ਦੀ, ਗੁਰੂ ਦੀ, ਸਤਿਗੁਰ ਦੀ, ਸਾਡੇ ਮਨ ਦੇ ਵਿੱਚ, ਸਾਡੇ ਹਿਰਦੇ ਵਿੱਚ ਜੇ ਸੱਚ ਵਸ ਜੇਗਾ, ਫਿਰ ਸਾਡੀ ਜੋ ਵੀ ਇੱਛਾ ਉਹ ਮਾਲਕ ਖੁਦ ਪੂਰੀ ਕਰ ਦਿੰਦਾ। ਮਹਾਰਾਜ ਫਰਮਾਉਂਦੇ, ਸੱਚਾ ਸਾਹਿਬ ਮਨ ਵਸੇ, ਤਾਂ ਮਨ ਚਿੰਦਿਆ ਫਲ ਪਾਏ। ਨਾਨਕ ਤਿਨ ਕਿਆ ਆਖਿਆ, ਆਪ ਸੁਣੇ ਜੇ ਲੈਣ ਪੰਨੇ ਪਾਏ। ਵੀ ਜੇ ਅਸੀਂ ਸੱਚ ਨੂੰ, ਮਾਲਕ ਨੂੰ ਆਪਦੇ ਮਨ 'ਚ ਵਸਾ ਲਾਂਗੇ ਤੇ ਸਾਡੀ ਹਰ ਇੱਕ ਇੱਛਾ ਮਾਲਕ ਪੂਰੀ ਕਰ ਦਿੰਦਾ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਮਨ 'ਚ ਫੇਰ ਹੀ ਵਸੇਗਾ ਜਦੋਂ ਅਸੀਂ ਸੇਵਾ ਕਰਾਂਗੇ। ਸੇਵਾ ਅਸੀਂ ਫਿਰ ਕਰਨੀ, ਪਹਿਲਾਂ ਸੰਤਾਂ ਦੀ ਸੇਵਾ ਕਰਨੀ, ਅਸੀਂ ਇਹ ਸਿਮਰਨ ਕਰਨਾ। ਫਿਰ ਜਦੋਂ ਸ਼ਬਦ ਪ੍ਰਗਟ ਹੋ ਜਾਂਦੇ ਸਾਡੇ ਅੰਦਰ, ਫਿਰ ਉਹ ਸ਼ਬਦ ਗੁਰੂ ਨੂੰ ਸੁਣ ਸੁਣ ਕੇ ਗੁਰੂ ਦੀ ਸੇਵਾ ਕਰਨੀ। ਫਿਰ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਚਲੇ ਜਾਂਦੇ, ਉਹ ਸਾਡਾ ਭਰਮ ਦਾ ਪਰਦਾ ਪਾਸੇ ਕਰਕੇ ਸਾਨੂੰ ਸਤਿਗੁਰ ਦੇ ਸਨਮੁਖ ਕਰ ਦਿੰਦੇ। ਫਿਰ ਅਸੀਂ ਸਤਿਗੁਰਾਂ ਦੀ ਸੇਵਾ ਕਰਨੀ। ਦ੍ਰਿਸ਼ਟੀ ਦੁਆਰਾ, ਨਜ਼ਰਾਂ ਦੁਆਰਾ ਕੀਤੀ ਜਾਂਦੀ। ਹੁਣ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਐਸੀ ਜਿਹੜੀ ਸੇਵਕ ਆ ਇੱਕ, ਉਹ ਸੇਵਾ ਕਰੇ ਵੀ ਜਿਹਦਾ ਸਾਰਾ ਕੁਛ ਉਹਨੂੰ ਉਹਦੇ ਅੱਗੇ ਆਪਾਂ ਸਮਰਪਣ ਕਰ ਦਿੱਤਾ। ਫਿਰ ਉਹ ਐਸੇ ਸੇਵਕ ਨੂੰ ਦਰਗਾਹ ਦੇ ਵਿੱਚ ਮਾਣ ਹੈ, ਮਾਲਕ ਦੇ ਘਰ ਦੇ ਵਿੱਚ ਮਾਣ ਮਿਲਦਾ। ਮਹਾਰਾਜ ਫਰਮਾਉਂਦੇ, ਐਸੀ ਸੇਵਕ ਸੇਵਾ ਕਰੇ, ਜਿਸ ਕਾ ਜੀਓ ਤਿਸ ਆਗੇ ਧਰੇ। ਸਾਹਿਬ ਭਾਵੇ ਸੋ ਪਰਵਾਨ, ਸੋ ਸੇਵਕ ਦਰਗਾਹ ਪਾਵੇ ਮਾਣ। ਵੀ ਐਸੇ ਸੇਵਕ ਨੂੰ ਦਰਗਾਹ 'ਚ ਮਾਣ ਮਿਲਦਾ ਜਦੋਂ ਅਸੀਂ ਜਿਹਦਾ ਸਾਰਾ ਕੁਛ ਹੈਗਾ ਉਹਨੂੰ ਸੌਂਪ ਦਿੰਦੇ। ਤਾਈਆਂ ਹੁਣ ਆਪਾਂ ਨੂੰ ਸਮਝਾਉਂਦੇ ਵੀ ਉਹਦਾ ਉਹਨੂੰ ਹੀ ਸੌਂਪਣਾ। ਤੇ ਸੌਂਪਣਾ ਕਿਵੇਂ? ਜਦੋਂ ਅਸੀਂ ਹੁਣ ਇਹ ਸਿਮਰਨ ਕਰਾਂਗੇ, ਜਿਉਂ ਜਿਉਂ ਅਭਿਆਸ ਕਰਾਂਗੇ, ਸਾਡੇ 'ਚ ਆਪਣਾ ਆਪਾ ਖਤਮ ਹੋਏਗਾ ਤੇ ਫਿਰ ਅਸੀਂ ਮਾਲਕ ਨੂੰ ਸੌਂਪਾਂਗੇ। ਆਓ ਹੁਣ ਕਿਵੇਂ ਅਸੀਂ ਸੁੰਨ 'ਚ ਜਾਣਾ, ਕਿੱਥੇ ਜਾ ਕੇ ਸਾਡਾ ਆਪਣਾ ਆਪਾ ਸਮਰਪਣ ਹੁੰਦਾ, ਉਹਦੇ ਵਾਸਤੇ ਫਿਰ ਇਹ ਮਹਾਰਾਜ ਆਪਾਂ ਨੂੰ ਸਿਮਰਨ ਅਭਿਆਸ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ, ਇਹ ਜਿਹੜੇ ਸਾਡੇ ਮਨ ਨੂੰ ਭਰਮ ਪਏ ਨੇ ਵਿਚਾਰ, ਜਿਹੜਾ ਇਹ ਤ੍ਰੈ ਗੁਣਾਂ 'ਚ ਸੁੱਤਾ ਹੈ, ਫਿਰ ਤੇ ਉਹਦੇ ਸਾਡੇ ਭਰਮ ਨੇ ਜਿਹੜੇ ਭਰਮ ਖਤਮ ਹੋਣਗੇ, ਭਰਮ ਦੂਰ ਹੋਣਗੇ। ਉਹ ਇਸ ਵਾਸਤੇ ਹੁਣ ਆਪਾਂ ਨੂੰ ਸਮਝਾਉਂਦੇ ਵੀ ਇਹ ਅਸੀਂ ਹੁਣ ਵੱਧ ਤੋਂ ਵੱਧ ਅਭਿਆਸ ਕਰ, ਬਹਿੰਦੇ ਉੱਠਦੇ, ਕੰਮ ਕਾਰ ਕਰਦੇ, ਚੱਲਦੇ ਫਿਰਦੇ, ਮਾਰੇ ਫਰਮਾਉਂਦੇ ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ।
ਵੀ ਉੱਠਦੇ ਬਹਿੰਦੇ ਸਾਸ ਗਿਰਾਸ ਸਿਮਰਨ ਜਿਹੜਾ ਕਰੋ। ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਜਾਵਾਂਗੇ ਤੇ ਉਹਦੇ ਸਾਡੇ ਭਰਮ ਖਤਮ ਹੁੰਦੇ ਜਾਣਗੇ ਤੇ ਉਹਦੇ ਸਾਨੂੰ ਸੋਝੀ ਆਉਂਦੀ ਜਾਏਗੀ। ਜਿੰਨਾ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋਏਗਾ, ਜਿੰਨਾ ਸਹਿਜ ਵਿੱਚ ਹੋਏਗਾ, ਓਨਾ ਹੀ ਸਾਨੂੰ ਮਾਲਕ ਭੇਤ ਦੇਣਗੇ ਆਪਣੇ ਆਪੇ ਦਾ ਵੀ ਇਹ ਖੇਲ ਕਿਵੇਂ ਚੱਲਦਾ। ਜਿੰਨਾ ਅਸੀਂ ਵਿਚਾਰਾਂ 'ਚ ਹੋਵਾਂਗੇ ਸਾਨੂੰ ਭੇਤ ਨਹੀਂ ਆਉਣਾ, ਸੋਝੀ ਨਹੀਂ ਆਉਣੀ। ਜਿਵੇਂ ਹੁਣ ਆਪਾਂ ਸਫ਼ਰ 'ਤੇ ਚੱਲੇ ਹਾਂ, ਸਾਰੇ ਹੀ ਆਪਾਂ ਮੁਸਾਫਰ। ਹੁਣ ਸਫ਼ਰ 'ਤੇ ਜਿਵੇਂ ਆਪਾਂ ਕਿਤੇ ਜਾਈਏ, ਇੱਕ ਜੀਵ ਸਫ਼ਰ 'ਤੇ ਜਾਂਦਾ ਜਾਂਦਾ ਸੌਂ ਗਿਆ, ਉਹਨੂੰ ਸੁੱਤੇ ਨੂੰ ਪਤਾ ਹੀ ਨਹੀਂ ਲੱਗਣਾ ਵੀ ਕਿਹੜੀ ਚੀਜ਼ ਕਿੱਥੇ ਆਈ, ਕਿਵੇਂ ਆਈ, ਕਿਉਂਕਿ ਉਹਨੇ ਸੁੱਤੇ ਨਹੀਂ ਲੰਘਾਤਾ ਸਾਰਾ ਸਫ਼ਰ। ਇੱਕ ਸੁੱਤਾ ਨਹੀਂ ਹੈ, ਉਹ ਵੀ ਸਫ਼ਰ 'ਤੇ ਚੱਲਿਆ ਹੋਇਆ, ਪਰ ਉਹ ਜਾਗਦਾ ਜਾ ਰਿਹਾ। ਜਦੋਂ ਜਾਗਦਾ ਜਾ ਰਿਹਾ ਉਹ ਦੇਖਦਾ ਜਾ ਰਿਹਾ ਸਾਰਾ ਕੁਛ, ਉਹਨੂੰ ਪਤਾ ਵੀ ਕਿਹੜਾ ਚੀਜ਼ ਕਿੱਥੇ ਕਿਵੇਂ ਕਿਵੇਂ ਚੱਲ ਰਿਹਾ। ਸੋ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਕਹਿੰਦੇ ਵੀ ਹੈ ਆਪਾਂ ਸਾਰੇ ਸਫ਼ਰ 'ਤੇ ਚੱਲੇ ਹੋਏ ਮੁਸਾਫਰ, ਪਰ ਇੱਕ ਹੁੰਦਾ ਸਫ਼ਰ ਵੀ ਜਾਗਦੇ ਹੋਏ ਸਫ਼ਰ 'ਤੇ ਜਾਣਾ, ਉਹ ਸਫ਼ਰ ਦਾ ਆਨੰਦ ਲੈਣਾ, ਸੁੱਖ ਲੈਣਾ। ਇੱਕ ਹੁੰਦਾ ਵੀ ਸਫ਼ਰ 'ਤੇ ਚੱਲਦੇ ਹੋਏ ਲੜਾਈਆਂ ਝਗੜੇ ਕਰਦੇ ਜਾਣਾ, ਦੁੱਧ ਦਾ ਵੈਰ ਵਿਰੋਧ ਕਰਦੇ ਜਾਣਾ, ਸੁੱਤੇ ਜਾਣਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸਫ਼ਰ ਦਾ ਆਨੰਦ ਲਓ, ਵੀ ਤੁਸੀਂ ਚੱਲਦੇ ਹੋਏ ਸਹਿਜ ਦੇ ਵਿੱਚ ਤੁਸੀਂ ਇਹ ਦੇਖੋ ਵੀ ਖੇਲ ਚੱਲਦਾ ਕਿਵੇਂ। ਜਿੰਨਾ ਅਸੀਂ ਵਿਚਾਰਾਂ ਤੋਂ ਰਹਿਤ ਹੋਵਾਂਗੇ ਓਨਾ ਹੀ ਫਿਰ ਅਸੀਂ ਦੇਖਾਂਗੇ ਤੇ ਫਿਰ ਸਾਨੂੰ ਤਿਉਂ-ਤਿਉਂ ਮਾਲਕ ਸੋਝੀ ਦਿੰਦੇ ਜਾਂਦੇ ਵੀ ਇਹ ਕਿਵੇਂ ਸਾਰਾ ਜਿਹੜਾ ਖੇਲ ਹੈ ਸ੍ਰਿਸ਼ਟੀ ਦਾ ਚੱਲਦਾ, ਮਾਲਕ ਚਲਾ ਰਹੇ। ਸੋ ਇਸ ਵਾਸਤੇ ਹੁਣ ਇਹ ਖੇਲ ਨੂੰ ਸਮਝਣ ਲਈ ਵੱਧ ਤੋਂ ਵੱਧ ਆਪਾਂ ਸਿਮਰਨ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਨੂੰ ਇਹ ਸਮਝ ਲੱਗ ਜੇ ਵੀ ਕਿਵੇਂ ਮਾਲਕ ਇਹ ਖੇਲ ਨੂੰ ਚਲਾ ਰਹੇ ਆ, ਕਿਵੇਂ ਅਸੀਂ ਇਹ ਖੇਲ ਨੂੰ ਹਾਰਦੇ ਹਾਂ ਅਤੇ ਕਿਵੇਂ ਹੁਣ ਅਸੀਂ ਇਹ ਖੇਲ ਨੂੰ ਜਿੱਤ ਕੇ ਸਦਾ ਵਾਸਤੇ ਆਪਣੇ ਘਰ ਬੈਠਣਾ, ਮਾਲਕ 'ਚ ਸਮਾਉਣਾ, ਉਹਦੇ 'ਚ ਲੀਨ ਹੋਣ। ਇਹ ਹੁਣ ਆਪਾਂ ਖੇਲ ਨੂੰ ਚੰਗੀ ਤਰ੍ਹਾਂ ਸਮਝਣ। ਸੋ ਇੰਨੀਆਂ ਬੇਨਤੀਆਂ ਨੇ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।